ਮੇਰੀ ਭਾਬੀ ਮੇਰੇ ਭਰਾ ਦੇ ਕਮਰੇ ਵਿੱਚ ਅਕਸਰ ਨਹੀਂ ਸੌਂਦੀ ਸੀ। ਜੇ ਉਹ ਕਿਸੇ ਰਾਤ ਭਰਾ ਦੇ ਕਮਰੇ ਵਿੱਚ ਸੌਂਦੀ ਸੀ ਤਾਂ ਅਗਲੀ ਸਵੇਰ ਭਾਬੀ ਰੋਂਦੇ-ਰੋਂਦੇ ਬਾਹਰ ਨਿਕਲਦੀ। ਇੱਕ ਦਿਨ ਭਾਬੀ ਸੁੱਤੀ ਪਈ ਸੀ, ਉਦੋਂ ਮੈਂ ਭਾਬੀ ਦੀ ਚੁੰਨੀ ਲੈ ਕੇ ਆਪਣੇ ਭਰਾ ਦੇ ਕਮਰੇ ਵਿੱਚ ਚਲੀ ਗਈ। ਫਿਰ ਜੋ ਭਰਾ ਨੇ ਭਾਬੀ ਸਮਝ ਕੇ ਮੇਰੇ ਨਾਲ ਕੀਤਾ, ਉਹ ਸੁਣ ਕੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। ਮੇਰੀ ਅੱਖ ਖੁੱਲ੍ਹੀ ਤਾਂ ਮੈਂ ਭਾਬੀ ਨੂੰ ਸਿਸਕਦੇ ਹੋਏ ਦੇਖਿਆ। ਉਹ ਮੇਰੇ ਬਿਸਤਰੇ ਦੇ ਕੋਲ ਬੈਠੀ ਬੁਰੀ ਤਰ੍ਹਾਂ ਰੋ ਰਹੀ ਸੀ। ਮੈਂ ਆਪਣਾ ਮਾਂ-ਪਿਓ ਤਾਂ ਕਦੇ ਦੇਖਿਆ ਨਹੀਂ ਸੀ, ਕਿਉਂਕਿ ਮੇਰੇ ਪੈਦਾ ਹੋਣ ਦੇ 3 ਸਾਲ ਬਾਅਦ ਉਹ ਦੋਨੋਂ ਇੱਕ ਕਾਰ ਐਕਸੀਡੈਂਟ ਵਿੱਚ ਮਾਰੇ ਗਏ ਸਨ। ਇਸ ਲਈ ਭਾਬੀ ਨੂੰ ਰੋਂਦਾ ਦੇਖ ਕੇ ਹਮੇਸ਼ਾ ਮੇਰਾ ਦਿਲ ਤੜਪ ਜਾਇਆ ਕਰਦਾ ਸੀ, ਪਰ ਮੈਂ ਚਾਹ ਕੇ ਕਦੇ ਉਹਨਾਂ ਲਈ ਕੁਝ ਵੀ ਨਹੀਂ ਪੁੱਛ ਸਕਦੀ ਸੀ। ਅਕਸਰ ਹੀ ਸਵੇਰੇ ਭਾਬੀ ਦਾ ਅਜਿਹਾ ਹਾਲ ਹੁੰਦਾ। ਕੁਝ ਸਮਾਂ ਪਹਿਲਾਂ ਇੱਕ ਵਾਰ ਭਾਬੀ ਤੋਂ ਪੁੱਛਿਆ ਕਿ ਉਹ ਇਸ ਤਰ੍ਹਾਂ ਰੋਂਦੀ ਕਿਉਂ ਹੈ, ਤਾਂ ਭਾਬੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਮੈਨੂੰ ਡਾਂਟ ਦਿੱਤਾ। ਮੈਨੂੰ ਭਾਬੀ ਮਜਬੂਰ ਜਿਹੀ ਲੱਗਦੀ ਸੀ। ਮੈਂ ਹਰ ਹਾਲਤ ਵਿੱਚ ਸੱਚ ਪਤਾ ਕਰਨਾ ਚਾਹੁੰਦੀ ਸੀ। ਭਾਬੀ ਤਾਂ ਅਕਸਰ ਕਮਰੇ ਵਿੱਚੋਂ ਰੋਂਦੀ ਹੋਈ ਹੀ ਨਿਕਲਦੀ ਸੀ, ਪਰ ਭਰਾ ਦੇ ਚਿਹਰੇ 'ਤੇ ਹਲਕੀ ਮੁਸਕਰਾਹਟ ਹੁੰਦੀ ਸੀ। ਹੁਣ ਮੈਨੂੰ ਭਾਬੀ 'ਤੇ ਤਰਸ ਜਿਹਾ ਆਉਣ ਲੱਗਿਆ ਸੀ। ਮੈਂ ਹਰ ਵਕਤ ਭਾਬੀ ਬਾਰੇ ਸੋਚਦੀ ਰਹਿੰਦੀ। ਉਹ ਮੇਰੇ ਭਰਾ ਤੋਂ ਡਰਦੀ ਰਹਿੰਦੀ ਸੀ। ਮੇਰਾ ਭਰਾ ਭਾਬੀ ਨੂੰ ਕਈ ਵਾਰ ਧੱਕੇ ਨਾਲ ਆਪਣੇ ਕਮਰੇ ਵਿੱਚ ਲੈ ਜਾਂਦਾ। ਮੇਰੇ ਸਾਹਮਣੇ ਤਾਂ ਉਹ ਭਾਬੀ ਨਾਲ ਪਿਆਰ ਨਾਲ ਪੇਸ਼ ਆਉਂਦਾ। ਘਰ ਦੇ ਮਾਹੌਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ। ਮੇਰਾ ਭਰਾ ਹੀ ਮੇਰੀ ਭਾਬੀ ਦੀ ਤਕਲੀਫ ਦੀ ਵਜ੍ਹਾ ਸੀ। ਭਾਬੀ ਦਾ ਅੰਕਲ, ਜੋ ਕਿ ਅਮਰੀਕਾ ਤੋਂ ਸਾਲ ਕੁ ਪਹਿਲਾਂ ਆਇਆ ਸੀ, ਅਕਸਰ ਸਾਡੇ ਘਰ ਆ ਜਾਂਦਾ, ਪਰ ਭਾਬੀ ਨੂੰ ਉਹਨਾਂ ਦਾ ਆਉਣਾ ਬਿਲਕੁਲ ਪਸੰਦ ਨਹੀਂ ਸੀ। ਉਹ ਮੈਨੂੰ ਕਹਿੰਦੀ, ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਤਾਂ ਬਹੁਤ ਬੁਰਾ ਹੋਵੇਗਾ। ਮੇਰਾ ਭਰਾ ਸਵੇਰੇ ਕੰਮ 'ਤੇ ਚਲਿਆ ਜਾਂਦਾ ਤੇ ਰਾਤ ਨੂੰ ਹੀ ਵਾਪਸ ਆਉਂਦਾ। ਮੈਨੂੰ ਤਾਂ ਅੰਕਲ ਦਾ ਬਹੁਤ ਵਧੀਆ ਲੱਗਦਾ ਸੀ। ਰਾਤ ਨੂੰ ਮੈਂ ਆਪਣਾ ਤੇ ਭਾਬੀ ਦਾ ਬਿਸਤਰਾ ਲਗਾਇਆ ਤੇ ਅੱਖਾਂ ਬੰਦ ਕਰਕੇ ਪੈ ਗਈ। ਥੋੜ੍ਹੀ ਦੇਰ ਬਾਅਦ ਮੇਰਾ ਭਰਾ ਭਾਬੀ ਨੂੰ ਲੈਣ ਲਈ ਆਇਆ, ਪਰ ਭਾਬੀ ਨੇ ਹਲਕੀ ਜਿਹੀ ਆਵਾਜ਼ ਵਿੱਚ ਨਾ ਕਰ ਦਿੱਤੀ। ਪਰ ਮੇਰੇ ਭਰਾ ਨੇ ਕਿਹਾ, ਮੈਂ ਤੈਨੂੰ ਬਿਲਕੁਲ ਤੰਗ ਨਹੀਂ ਕਰਾਂਗਾ। ਉਹਨਾਂ ਦੀ ਆਵਾਜ਼ ਵਿੱਚ ਮਿਠਾਸ ਸੀ, ਪਰ ਭਾਬੀ ਜਾਣ ਤੋਂ ਇਨਕਾਰ ਕਰ ਰਹੀ ਸੀ। ਪਰ ਮੇਰਾ ਭਰਾ ਭਾਬੀ ਨੂੰ ਧੱਕੇ ਨਾਲ ਲੈ ਗਿਆ। ਮੈਨੂੰ ਵੀ ਅਜੀਬ ਜਿਹੀ ਘਬਰਾਹਟ ਹੋਣ ਲੱਗੀ। ਸਵੇਰ ਨੂੰ ਭਾਬੀ ਦੀ ਉਹੀ ਹਾਲਤ ਸੀ। ਮੇਰੇ ਭਰਾ ਦਾ ਰਵੱਈਆ ਹਮੇਸ਼ਾ ਆਪਣੇ ਕਮਰੇ ਵਿੱਚੋਂ ਬਾਹਰ ਤਾਂ ਵਧੀਆ ਹੀ ਹੁੰਦਾ ਸੀ। ਇਸ ਲਈ ਮੈਂ ਸੱਚ ਪਤਾ ਕਰਨ ਲਈ ਰਾਤ ਨੂੰ ਭਾਬੀ ਨੂੰ ਨੀਂਦ ਦੀ ਦਵਾਈ ਦਿੱਤੀ ਤੇ ਆਪ ਮੇਰੇ ਭਰਾ ਦੇ ਕਮਰੇ ਵਿੱਚ ਭਾਬੀ ਦੀ ਚੁੰਨੀ ਲੈ ਕੇ ਚਲੀ ਗਈ ਤੇ ਚੁੱਪਚਾਪ ਜਾ ਕੇ ਆਪਣੇ ਭਰਾ ਤੋਂ ਦੂਜੇ ਪਾਸੇ ਮੂੰਹ ਕਰਕੇ ਪੈ ਗਈ। ਕਮਰੇ ਵਿੱਚ ਜ਼ਿਆਦਾ ਰੌਸ਼ਨੀ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਮੇਰੇ ਭਰਾ ਨੇ ਮੇਰੇ ਕੋਲ ਆ ਕੇ ਕਿਹਾ, ਮੈਂ ਬਹੁਤ ਖੁਸ਼ ਹਾਂ ਜੋ ਤੂੰ ਅੱਜ ਆਪਣੇ ਆਪ ਆ ਗਈ। ਹੁਣ ਉਹ ਮੈਨੂੰ ਭਾਬੀ ਹੀ ਸਮਝ ਰਹੇ ਸਨ। ਤੂੰ ਹਮੇਸ਼ਾ ਇਹ ਕਹਿ ਕੇ ਮੈਥੋਂ ਦੂਰ ਚਲੀ ਜਾਂਦੀ ਹੈ ਕਿ ਛੋਟੀ ਭੈਣ ਹੁਣ ਜਵਾਨ ਹੋ ਰਹੀ ਹੈ, ਇਸ ਲਈ ਜ਼ਬਰਦਸਤੀ ਮੈਂ ਤੈਨੂੰ ਆਪਣੇ ਕਮਰੇ ਵਿੱਚ ਲੈ ਆਉਂਦਾ ਹਾਂ। ਮੇਰੀ ਭੈਣ ਸਮਝਦਾਰ ਹੈ, ਹੁਣ ਉਹ ਸਭ ਸਮਝਦੀ ਹੈ। ਕਹਿਣ ਲੱਗੇ, ਤੂੰ ਕੰਮ ਕਰਕੇ ਥੱਕ ਗਈ ਹੋਵੇਂਗੀ, ਇਸ ਲਈ ਆਰਾਮ ਕਰ ਲੈ। ਮੇਰੇ ਭਰਾ ਦਾ ਹੁਣ ਤੱਕ ਰਵੱਈਆ ਬਹੁਤ ਚੰਗਾ ਸੀ। ਉਹ ਕਹਿਣ ਲੱਗੇ, ਮੈਂ ਕੁਝ ਪੈਸੇ ਜਮ੍ਹਾਂ ਕਰ ਲਏ ਹਨ, ਉਸ ਨਾਲ ਆਪਾਂ ਛੋਟੀ ਭੈਣ ਦਾ ਵਿਆਹ ਕਰਵਾ ਦੇਵਾਂਗੇ। ਪਰ ਇਸ ਤੋਂ ਬਾਅਦ ਜੋ ਮੇਰੇ ਭਰਾ ਨੇ ਕਿਹਾ, ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਕਹਿਣ ਲੱਗੇ ਕਿ ਮੈਂ ਜਾਣਦਾ ਹਾਂ ਕਿ ਸ਼ਾਮ ਨੇ ਇੱਕ ਵਾਰ ਸਾਡੇ ਘਰ ਦਾ ਰਸਤਾ ਫਿਰ ਵੇਖ ਲਿਆ ਹੈ। ਮੇਰਾ ਭਰਾ ਉਸ ਅੰਕਲ ਬਾਰੇ ਗੱਲ ਕਰ ਰਿਹਾ ਸੀ ਜੋ ਅਕਸਰ ਭਾਬੀ ਕੋਲ ਆ ਜਾਂਦਾ ਸੀ। ਉਹ ਕਹਿ ਰਹੇ ਸਨ ਕਿ ਉਹ ਇਨਸਾਨ ਠੀਕ ਨਹੀਂ ਹੈ, ਉਸ ਦੀ ਨੀਅਤ ਵਿੱਚ ਖੋਟ ਹੈ। ਉਹ ਪਹਿਲਾਂ ਵੀ ਆਪਣੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ। ਹੁਣ ਤਾਂ ਘਰ ਵਿੱਚ ਜਵਾਨ ਭੈਣ ਵੀ ਹੈ, ਇਸ ਲਈ ਤੂੰ ਧਿਆਨ ਰੱਖਿਆ ਕਰ। ਹਜੇ ਤੱਕ ਮੇਰੇ ਭਰਾ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਭਾਬੀ ਦੀ ਜਗ੍ਹਾ ਮੈਂ ਪਈ ਹਾਂ। ਮੇਰਾ ਭਰਾ ਗੱਲਾਂ ਕਰਦਾ ਕਰਦਾ ਸੌਂ ਗਿਆ। ਮੈਂ ਉੱਠ ਕੇ ਕਮਰੇ ਵਿੱਚੋਂ ਬਾਹਰ ਆ ਗਈ। ਮੇਰੇ ਭਰਾ ਨੇ ਕੁਝ ਵੀ ਅਜਿਹਾ ਨਹੀਂ ਕੀਤਾ ਜਿਸ ਨਾਲ ਮੈਂ ਇਹ ਸਮਝ ਪਾਉਂਦੀ ਕਿ ਭਾਬੀ ਰੋਂਦੇ ਹੋਏ ਕਮਰੇ ਵਿੱਚੋਂ ਬਾਹਰ ਕਿਉਂ ਨਿਕਲਦੀ ਸੀ। ਪਰ ਭਾਬੀ ਤੇ ਸ਼ਾਮ ਅੰਕਲ ਬਾਰੇ ਮੇਰੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ। ਸਵੇਰੇ ਭਰਾ ਦਾ ਰਵੱਈਆ ਪਹਿਲਾਂ ਵਾਂਗ ਹੀ ਨੋਰਮਲ ਸੀ। ਉਹ ਕੰਮ 'ਤੇ ਚਲੇ ਗਏ ਤੇ ਮੈਂ ਵੀ ਪੜ੍ਹਨ ਚਲੀ ਗਈ। ਪਰ ਜਦੋਂ ਮੈਂ ਵਾਪਸ ਆਈ ਤਾਂ ਬਾਹਰ ਸ਼ਾਮ ਅੰਕਲ ਦੀ ਕਾਰ ਖੜੀ ਸੀ। ਮੈਂ ਚੋਰਾਂ ਦੀ ਤਰ੍ਹਾਂ ਦੱਬੇ ਪੈਰੀ ਘਰ ਅੰਦਰ ਦਾਖਲ ਹੋਈ। ਭਾਬੀ ਤੇ ਅੰਕਲ ਮੇਰੇ ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ। ਉਹਨਾਂ ਨੂੰ ਮੇਰੇ ਆਉਣ ਦਾ ਪਤਾ ਨਾ ਚੱਲਿਆ। ਜੋ ਕੁਝ ਮੈਂ ਸੁਣਿਆ, ਉਹ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਜੋ ਸੱਚ ਮੈਂ ਪਤਾ ਕਰਨਾ ਚਾਹੁੰਦੀ ਸੀ ਉਹ ਇੰਨਾ ਭਿਆਨਕ ਹੋਵੇਗਾ। ਭਾਬੀ ਅੰਕਲ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਕਿ ਮੈਂ ਆਪਣੀ ਨਨਾਣ ਦੇ ਦਿਲ ਵਿੱਚ ਉਸਦੇ ਭਰਾ ਦੇ ਖਿਲਾਫ ਪੂਰੀ ਤਰ੍ਹਾਂ ਨਫ਼ਰਤ ਦਾ ਬੀਜ ਬੀਜ ਦਿੱਤਾ। ਹੁਣ ਉਹ ਦਿਨ ਦੂਰ ਨਹੀਂ ਜਦੋਂ ਮੇਰੀ ਨਨਾਣ ਆਪਣੇ ਭਰਾ ਦੇ ਖਿਲਾਫ ਖੜੀ ਹੋ ਜਾਵੇਗੀ। ਉਸਨੇ ਜ਼ਬਰਦਸਤੀ ਮੈਨੂੰ ਆਪਣੇ ਨਾਲ ਇਸ ਰਿਸ਼ਤੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਪਰ ਹੁਣ ਮੈਂ ਆਜ਼ਾਦੀ ਚਾਹੁੰਦੀ ਹਾਂ। ਉਹ ਮੈਨੂੰ ਕਮਰੇ ਵਿੱਚ ਲੈ ਜਾਂਦਾ ਹੈ ਤੇ ਗੱਲਾਂ ਕਰਕੇ ਸੌਂ ਜਾਂਦਾ ਹੈ, ਪਰ ਮੈਂ ਜਿਵੇਂ ਹੀ ਬਾਹਰ ਨਿਕਲਦੀ ਹਾਂ ਤਾਂ ਆਪਣਾ ਹੁਲੀਆ ਖਰਾਬ ਕਰ ਲੈਂਦੀ ਹਾਂ। ਮੈਂ ਨਨਾਣ ਦੇ ਮਨ ਵਿੱਚ ਇਹ ਗੱਲ
ਚੰਗੀ ਤਰ੍ਹਾਂ ਬਿਠਾ ਦਿੱਤੀ ਹੈ ਕਿ ਉਸ ਦਾ ਭਰਾ ਮੇਰੇ 'ਤੇ ਜ਼ੁਲਮ ਕਰਦਾ ਹੈ। ਮੈਂ ਆਪਣੀ ਨਨਾਣ ਨੂੰ ਆਪਣੀ ਆਜ਼ਾਦੀ ਦੀ ਢਾਲ ਬਣਾਉਣਾ ਚਾਹੁੰਦੀ ਹਾਂ ਤਾਂ ਕਿ ਮੈਨੂੰ ਇਹ ਘਰ ਨਾ ਛੱਡਣਾ ਪਵੇ। ਮੇਰੀ ਨਨਾਣ ਮੈਨੂੰ ਬੇਗੁਨਾਹ ਸਮਝਦੀ ਹੈ ਤੇ ਆਪਣੇ ਭਰਾ ਨੂੰ ਜ਼ਾਲਮ। ਬਸ ਹੁਣ ਤੂੰ ਪਹਿਲਾਂ ਦੀ ਤਰ੍ਹਾਂ ਮੈਨੂੰ ਛੱਡ ਕੇ ਨਾ ਜਾਵੀਂ। ਉਸ ਵੇਲੇ ਤਾਂ ਮੇਰੇ ਪਤੀ ਨੇ ਮੈਨੂੰ ਮਾफ़ ਕਰਕੇ ਅਪਣਾ ਲਿਆ। ਅੰਕਲ ਭਾਬੀ ਨੂੰ ਕਹਿਣ ਲੱਗਿਆ, ਉਸ ਵੇਲੇ ਤਾਂ ਮੇਰੀ ਮਜਬੂਰੀ ਸੀ ਕਿਉਂਕਿ ਮੇਰੇ ਘਰ ਦੇ ਮੇਰੇ ਖਿਲਾਫ ਸਨ ਕਿ ਮੈਂ ਇੱਕ ਵਿਆਹੀ ਹੋਈ ਕੁੜੀ ਨਾਲ ਰਿਸ਼ਤਾ ਨਹੀਂ ਜੋੜ ਸਕਦਾ। ਹੁਣ ਮੈਨੂੰ ਰੋਕਣ ਵਾਲਾ ਕੋਈ ਨਹੀਂ ਹੈ ਤੇ ਮੈਂ ਤੈਨੂੰ ਤੇ ਤੇਰੀ ਨਨਾਣ ਨੂੰ ਅਮਰੀਕਾ ਲੈ ਜਾਵਾਂਗਾ। ਤੇਰੀ ਨਨਾਣ ਨੂੰ ਉੱਥੇ ਚੰਗੀ ਕੀਮਤ 'ਤੇ ਵੇਚ ਦੇਵਾਂਗੇ। ਬਸ ਉਸਨੂੰ ਸੱਚ ਦਾ ਪਤਾ ਨਾ ਚੱਲੇ ਕਿ ਉਸਦਾ ਭਰਾ ਬੇਕਸੂਰ ਹੈ। ਭਾਬੀ ਅੰਕਲ ਨੂੰ ਯਕੀਨ ਦਿਵਾਉਣ ਲੱਗੀ ਕਿ ਸਭ ਕੁਝ ਸਾਡੇ ਪਲਾਨ ਦੇ ਮੁਤਾਬਕ ਹੀ ਹੋਵੇਗਾ। ਮੈਂ ਤਾਂ ਸੁੰਨ ਹੀ ਹੋ ਗਈ ਸੀ। ਮੇਰੀ ਭਾਬੀ ਸਾਡੇ ਨਾਲ ਕਿੰਨਾ ਵੱਡਾ ਧੋਖਾ ਕਰ ਰਹੀ ਸੀ। ਹੁਣ ਮੈਂ ਸਭ ਸਮਝ ਗਈ ਸੀ। ਮੈਂ ਕਮਰੇ ਅੰਦਰ ਦਾਖਲ ਹੋਈ। ਮੈਨੂੰ ਦੇਖ ਕੇ ਉਹਨੂੰ ਦੋਨੋਂ ਹੈਰਾਨ ਹੋ ਗਏ। ਮੈਂ ਭਾਬੀ ਨੂੰ ਗੁੱਸੇ ਵਿੱਚ ਕਿਹਾ ਕਿ ਤੁਹਾਨੂੰ ਮੇਰੇ ਭਰਾ ਤੋਂ ਕੀ ਪਰੇਸ਼ਾਨੀ ਹੈ। ਉਹ ਵੀ ਸਮਝ ਗਈ ਕਿ ਮੈਂ ਸੱਚ ਜਾਣ ਚੁੱਕੀ ਹਾਂ। ਉਹ ਮੈਨੂੰ ਦੱਸਣ ਲੱਗੀ ਕਿ ਉਹ ਸ਼ਾਮ ਨੂੰ ਪਹਿਲਾਂ ਤੋਂ ਪਸੰਦ ਕਰਦੀ ਸੀ, ਪਰ ਉਹ ਉਸਨੂੰ ਛੱਡ ਕੇ ਅਮਰੀਕਾ ਚਲਿਆ ਗਿਆ ਤੇ ਉਹ ਸ਼ਾਮ ਲਈ ਹਮੇਸ਼ਾ ਮੇਰੇ ਦਿਲ ਵਿੱਚ ਪਿਆਰ ਰਿਹਾ। ਪਰ ਮੇਰੇ ਘਰਦਿਆਂ ਨੇ ਮੇਰਾ ਵਿਆਹ ਤੇਰੇ ਭਰਾ ਨਾਲ ਕਰਵਾ ਦਿੱਤਾ, ਜੋ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਸੀ। ਮੈਂ ਤੇਰੇ ਭਰਾ ਨੂੰ ਕਦੇ ਦਿਲ ਤੋਂ ਨਹੀਂ ਅਪਣਾਇਆ। ਮੇਰਾ ਵਿਆਹ ਮੇਰੇ ਘਰਦਿਆਂ ਨੇ ਮਰਜ਼ੀ ਨਾਲ ਜ਼ਬਰਦਸਤੀ ਕਰਵਾਇਆ ਸੀ। ਜਦੋਂ ਸ਼ਾਮ ਵਾਪਸ ਆਇਆ ਤਾਂ ਮੈਂ ਫਿਰ ਇਸ ਨੂੰ ਮਿਲਣ ਲੱਗੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਭਾਬੀ ਉਸ ਇਨਸਾਨ 'ਤੇ ਇੰਨਾ ਭਰੋਸਾ ਕਿਵੇਂ ਕਰ ਸਕਦੀ ਸੀ ਜੋ ਉਸ ਨੂੰ ਪਹਿਲਾਂ ਹੀ ਧੋਖਾ ਦੇ ਚੁੱਕਿਆ ਸੀ। ਉਹ ਦੋਨੋਂ ਮੈਨੂੰ ਆਪਣੇ ਨਾਲ ਅਮਰੀਕਾ ਲਿਜਾਣ ਲਈ ਸੋਹਣੇ ਸੁਪਨੇ ਦਿਖਾਉਣ ਲੱਗੇ, ਪਰ ਮੈਂ ਸਾਫ਼ ਮਨਾ ਕਰ ਦਿੱਤਾ ਕਿਉਂਕਿ ਸੱਚ ਮੈਨੂੰ ਪਤਾ ਚੱਲ ਗਿਆ ਸੀ। ਮੈਂ ਆਪਣੇ ਭੋਲੇ ਭਾਲੇ ਭਰਾ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ। ਪਰ ਭਾਬੀ ਤੋਂ ਮੈਨੂੰ ਇਹ ਉਮੀਦ ਨਹੀਂ ਸੀ। ਭਾਬੀ ਨਾਲ ਤਾਂ ਫਿਰ ਇੱਕ ਵਾਰ ਧੋਖਾ ਹੋ ਚੁੱਕਿਆ ਸੀ ਕਿਉਂਕਿ ਅੰਕਲ ਨੇ ਉਸਨੂੰ ਇਸ ਵਾਰ ਵੀ ਛੱਡ ਦਿੱਤਾ ਸੀ ਕਿਉਂਕਿ ਉਸਨੇ ਮੇਰਾ ਤੇ ਭਾਬੀ ਦੋਨਾਂ ਦਾ ਸੌਦਾ ਕੀਤਾ ਸੀ। ਪਰ ਮੈਂ ਜਾਣ ਤੋਂ ਮਨਾ ਕੀਤਾ ਤਾਂ ਉਹਨਾਂ ਨੇ ਭਾਬੀ ਨੂੰ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਇਸ ਤਰ੍ਹਾਂ ਸ਼ਾਮ ਦੀ ਸੱਚਾਈ ਵੀ ਭਾਬੀ ਦੇ ਸਾਹਮਣੇ ਆ ਗਈ। ਭਾਬੀ ਦੀ ਕਿਸਮਤ ਚੰਗੀ ਸੀ ਜੋ ਇੱਕ ਵਾਰ ਫਿਰ ਬਚ ਗਈ। ਹੁਣ ਉਸਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਸੀ। ਮੇਰਾ ਭਰਾ ਇੰਨਾ ਚੰਗਾ ਅਤੇ ਭੋਲਾ ਸੀ ਕਿ ਉਸਨੇ ਭਾਬੀ ਨੂੰ ਇੱਕ ਵਾਰ ਫਿਰ ਮਾफ़ ਕਰ ਦਿੱਤਾ ਸੀ। ਹੁਣ ਭਾਬੀ ਵੀ ਮੇਰੇ ਭਰਾ ਦੀ ਇੱਜ਼ਤ ਕਰਨ ਲੱਗੀ ਸੀ। ਉਹ ਹੁਣ ਮੇਰੇ ਭਰਾ ਨਾਲ ਉਸਦੇ ਕਮਰੇ ਵਿੱਚ ਪੈਣ ਲੱਗੀ ਤੇ ਸਵੇਰ ਨੂੰ ਖੁਸ਼ ਵੀ ਹੁੰਦੀ ਸੀ। ਇਹ ਦੇਖ ਕੇ ਮੇਰੇ ਦਿਲ ਨੂੰ ਵੀ ਸਕੂਨ ਪਹੁੰਚਦਾ ਕਿ ਚਲੋ ਮੇਰੇ ਭਰਾ ਤੇ ਭਾਬੀ ਵਿੱਚ ਹੁਣ ਸਭ ਠੀਕ ਹੋ ਗਿਆ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।